ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। परम सन्मानयोग गुरु की साजी नवाजी गुरु खालसा साध संगत जीओ, प्यार सहित महापुरुषों की सालाना बरसी समागम में हाजरी भरते हुए सरबत माई भाई गुरु खालसा जी हाजरी प्रवान करो। प्यार सहित फतेह बुलाइए। वाहिगुरू जी का खालसा वाहिगुरू जी की फतेह। अज नगर सुरसिंघ विखे हैडकुआटर संप्रदाय दल पंथ बाबा विधि चंद साहब जी दे और धन गुरु हरगोबिंद साहब सच्चे पातशाह महाराज जी की बख्शिश विधि चंद शीना गुरु का सीना धन धन बाबा विधि चंद साहब जी दे 11वें थां बाबा विधि चंद जी दे जानशीन महापुरख सचखंड वासी ब्रह्म ज्ञानी निर्मल आत्मा धन धन सतगुरु महाराज साहब सच्चे पातशाह जी बाणी में कहते ने दिन धन जनेंदी माओ आए सफल से। बाबा जी आप किते दीवान में जान ना ते किते किसी ने बोल देना ना धन कहना आखना नहीं। धन धन केवल गुरु ग्रंथ साहब जी नूं कहना है, गुरु साहब जी नूं कहना है। सो गुरु के प्यारिओ बाबा जी जिन्हां महापुरखों ने अपने जीवन में हर वेले हर पल हर घड़ी चसा पल उन्होंने नहीं विसर परमेश्वर के नाम नूं विसारिया। जिन्हां ना विसरे नाम से कनेहिया भेद न जान मूल साईं जेहिया। अज बाबा जी की सालाना बरसी 8वीं बरसी है। इस तरह ये जिन्ने कारज बाबा जी ने सेवा के आरंभ किए क्योंकि उस वेले महापुरखों ने बाबा जी की हाजरी में रह के बाबा सोहन सिंह साहब जी ते महापुरखों ने जिन्ना बचन बाबा जी का मनिया बड़ा बचन मनिया। बाबा जी ने जे दिन कहा तो दिन नूं, जे रात कहा तो 7 बचन कहा। बड़ा बचन बाबा जी ने बाबा जी का बचन नूं कई बार बचन सुनाने हुण टाइम इन्ना नहीं। एक बार पट्टी पड़ा लगा सी दल दा ते तकाला पै गई, खौ पीआ हो गया ते दल दा भी पड़ा उत्थे ही सी। बाबा जी कहन लगे तुसीं सुरसिंघ नूं चलो ते बाबा जी ने दसदे हुंदे सी भी जदों हुक्म हो जाता सी तो उस वेले तुर पैदा सी। ये नहीं कहा भी तुसीं घोड़ा लै जाओ जां बग्घी लै जाओ। ज्यों तुरे अहीं बाबा जी कहते रात 12 बजे अहीं पैदल चल के सुरसिंघ अपड़े। बाबा जी का भजन बहुत महापुरखों के इस तरह ही फिर अगे जिहड़ी सेवा सी वो बाबा विधि चंद साहब जी के दल पंथ के बाबा विधि चंद जी की गद्दी के जानशीन सन महापुरख ਜਦੋਂ अकाल तख्त साहब तो बाबा जी का सन्मान होया मुख्तियार सिंह बैंके वाला कहन लगा बाबा जी बहुत बधाई होवे।
ਤੇ ਬਾਬਾ ਜੀ ਕਹਿਣ ਲੱਗੇ, ਮੁਖਤਿਆਰ ਸਿਆਂ, ਇਹ ਬਾਬੇ ਬਿਧੀ ਚੰਦ ਸਾਹਿਬ ਜੀ ਦਾ ਹੀ ਸਨਮਾਨ ਹੈ, ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਸਨਮਾਨ ਹੈ। ਇਹ ਕਹਿਣ ਲੱਗਾ, ਮੁਖਤਿਆਰ ਸਿੰਘ, ਭਈ ਬਾਬਾ ਜੀ, ਬਾਬਾ ਬਿਧੀ ਚੰਦ ਸਾਹਿਬ ਜੀ ਦੇ ਆਪ ਗੱਦੀ ਨਸ਼ੀਨ ਹੋ। ਤੇ ਬਾਬਾ ਜੀ ਕਹਿਣ ਲੱਗੇ, ਮੁਖਤਿਆਰ ਸਿਆਂ, ਇਹ ਜਿਹੜੀ ਸੇਵਾ ਨਾ ਬਾਬੇ ਬਿਧੀ ਚੰਦ ਜੀ ਦੀ, ਇਹ ਜਿਹੜੀ ਸੇਵਾ ਸਾਨੂੰ ਮਿਲੀ ਆ ਨਾ, ਇਹ ਕਈ ਜਨਮ ਦੀ ਕਮਾਈ ਦਾ ਫੇਰ ਸੇਵਾ ਮਿਲਦੀ ਆ। ਇਹ ਹਰ ਵੇਲੇ ਮਹਾਂਪੁਰਖਾਂ ਨੇ ਗੁਰੂ ਕੀ ਮਰਜ਼ਾਦਾ ਦੇ ਵਿੱਚ ਆਪ ਵੀ ਤੇ ਨਾਲ ਰਹਿਣ ਵਾਲਿਆਂ ਨੂੰ ਵੀ ਗੁਰੂ ਕੀ ਬਾਣੀ ਕੰਠ ਕਰਾ ਦੇਣੀ, ਗੁਰੂ ਕੀ ਬਾਣੀ ਪੜ੍ਹਾਉਣੀ, ਅੰਮ੍ਰਿਤ ਵੇਲੇ ਦਾ ਉੱਠਣਾ, ਨਿਤਨੇਮ ਕਰਨਾ, ਮਰਜ਼ਾਦਾ ਵਿੱਚ ਰਹਿਣਾ, ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨਾ, ਸਤਿਗੁਰਾਂ ਦੇ ਪ੍ਰਕਾਸ਼ ਮਾਣ ਕਰਨੇ, ਵਿਛਾਈਆਂ ਕਰਨੀਆਂ, ਕਿਤੇ ਵੱਟ ਨਾ ਰਹਿਣ ਦੇਣਾ। ਮਹਾਂਪੁਰਖਾਂ ਨੇ ਹਰ ਵੇਲੇ ਪੰਥ ਦੀ ਚੜ੍ਹਦੀ ਕਲਾ ਲਈ ਲੋਚਦੇ ਰਹੇ। ਜਦੋਂ ਵੀ ਕਦੇ ਪੰਥ ਨੇ ਇਕੱਠੇ ਹੋਣਾ ਤੇ ਬੇਨਤੀ ਕਰਨੀ, ਖਾਲਸਾ ਜੀ, ਪੰਥ ਪ੍ਰਤੀ ਗੁਰਮਤਿ ਬਹਿ ਕੇ ਵਿਚਾਰਿਆ ਕਰੋ, ਪੰਥ ਦੀ ਚੜ੍ਹਦੀ ਕਲਾ ਲਈ ਗੁਰਮਤਾ ਵਿਚਾਰਿਆ ਕਰੋ। ਜਦੋਂ ਦਲਾਂ ਪੰਥਾਂ ਦੇ ਮਹੱਲਿਆਂ ਦੇ ਅਗਲੇ ਦਿਨ ਸਾਰੇ ਇਕੱਤਰ ਹੋ ਕੇ ਵਿਆਹ ਕਰੋ। ਕੋਈ ਕਿਸੇ ਦਾ ਦੁੱਖ ਸੁੱਖ ਹੋਵੇ ਸੁਣਿਆ ਜਾਂਦਾ, ਕੋਈ ਪੰਥ ਪ੍ਰਤੀ ਕੋਈ ਵਿਚਾਰ ਹੋਵੇ ਤੇ ਗੁਰਮਤਾ ਵਿਚਾਰਿਆ ਜਾਂਦਾ। ਐਸੇ ਵਚਨ ਮਹਾਂਪੁਰਖਾਂ ਦੇ ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ। ਇੱਕ ਤੁਹਾਨੂੰ ਇਸ਼ਾਰੇ ਮਾਤਰ ਮੈਂ ਵਚਨ ਕਰਨ ਲੱਗਾ। ਕਈਆਂ ਦੇ ਮਨ ਵਿੱਚ ਭੁਲੇਖਾ ਆਊਗਾ, ਪਰ ਭੁਲੇਖਾ ਨਹੀਂ ਹੁਣ ਕਿਸੇ ਨੂੰ ਵੀ ਨਹੀਂ। ਹੁਣ ਤੁਸੀਂ ਇਹ ਵੇਖ ਲਓ ਬਈ ਜੇ ਬਾਬਾ ਜੀ ਇਹ ਵਚਨ ਕਰਿਆ ਕਰਦੇ ਸਨ, ਭਾਈ ਗੁਰੂ ਘਰ ਦੀ ਚੀਜ਼ ਨੂੰ ਅਸੀਂ ਘਰ ਵਿੱਚ ਨਹੀਂ ਵਰਤਦੇ, ਤੇ ਉਹ ਗੁਰੂ ਘਰ ਦੀ ਚੀਜ਼ ਨੂੰ ਆਪਣੇ ਪੁੱਤਾਂ ਨੂੰ ਕਿਵੇਂ ਦੇ ਦਿੰਦੇ ਆ? ਉਹ ਗੁਰੂ ਘਰ ਦੀ ਚੀਜ਼ ਗੁਰੂ ਘਰ ਦੀ ਆ। ਇਸ ਕਰਕੇ ਤੁਸੀਂ ਨਿਗਾਹ ਮਾਰ ਕੇ ਵੇਖ ਲਓ, ਜਿੰਨੇ ਥਾਂ ਪੜਾ ਅਸਥਾਨ ਜੋ ਵੀ ਆ, ਕਿਹੜੇ ਕਿਹੜੇ ਦੀਵਾਨ ਹਾਲ, ਕਿਹੜੇ ਕਿਹੜੇ ਲੰਗਰ ਹਾਲ, ਅਨੰਦਪੁਰ ਸਾਹਿਬ ਤਾਈਂ ਪੜਾਵਾਂ ਤੇ ਚਮਕੌਰ ਸਾਹਿਬ ਮਹਾਰਾਜ ਗੁਰੂ ਮਹਾਰਾਜ ਦਾ ਸਥਾਨ ਤੇ ਨਾਲ ਜਗ੍ਹਾ ਮੁੱਲ ਲੈ ਕੇ ਬਾਬਾ ਜੀ ਨੇ ਬਣਾਈ। ਕਿਸ ਵਾਸਤੇ? ਗੁਰੂ ਪੰਥ ਦੀ ਸੇਵਾ ਲਈ, ਗੁਰੂ ਅਸਥਾਨਾਂ ਦੀ ਸੇਵਾ ਲਈ। ਤੁਸੀਂ ਨਿਗਾਹ ਮਾਰ ਕੇ ਵੇਖੀ ਜਾਓ, ਬਾਬਾ ਜੀ ਨੇ ਜਿੱਥੇ ਜਿੱਥੇ ਵੀ ਸੇਵਾਵਾਂ ਕਰਵਾਈਆਂ, ਜੋ ਕੁਝ ਵੀ ਬਣਿਆ, ਉਹ ਤੁਹਾਨੂੰ ਆਪਣੇ ਆਪ ਹੀ ਉਹ ਦੱਸੀ ਜਾਏਗਾ ਬਿਨਾਂ ਬੋਲੇ ਤੋਂ ਵੀ ਇਹ ਕੀ ਬਣਿਆ। ਇਸ ਕਰਕੇ ਸੰਪਰਦਾ ਦੇ ਖੈਰ ਖਵਾਈ ਹੋ ਕੇ ਰਹਿਣਾ ਚਾਹੀਦਾ। ਜਿਹੜਾ ਵੀ ਕੋਈ ਜਿਸ ਸੰਪਰਦਾ ਦੇ ਨਾਲ ਵੀ ਕੋਈ ਸੰਬੰਧ ਰੱਖਦਾ ਹੈ, ਉਹ ਹਰ ਇੱਕ ਆਪਣੇ ਉਹ ਮਰਜ਼ਾਦਾ ਵਿੱਚ ਚੱਲਦਾ, ਪਹਿਰਾ ਦਿੰਦਾ ਹੈ ਕਿ ਜਥੇਬੰਦੀ ਦੇ ਸੰਪਰਦਾ ਦੇ ਹੋ ਕੇ ਰਹਿਣਾ। ਇਸ ਕਰਕੇ ਸੰਪਰਦਾ ਦੀ ਚੜ੍ਹਦੀ ਕਲਾ ਵਾਸਤੇ, ਬਾਬੇ ਬਿਧੀ ਚੰਦ ਸਾਹਿਬ ਜੀ ਦੀ ਦਲ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਿਹੜੇ ਕਿਹੜੇ ਕਾਰਜ ਬਾਬਾ ਜੀ ਨੇ ਕੀਤੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਇਸ ਕਰਕੇ ਇਹ ਜੋ ਵੀ ਹੈ, ਇਹ ਸੰਪਰਦਾ ਦਾ ਜਿਹੜਾ ਵੀ, ਭਾਵੇਂ ਕੋਈ ਬਾਬਿਆਂ ਦੇ ਘਰ ਵਿੱਚ ਜੰਮਿਆ ਤੇ ਭਾਵੇਂ ਕੋਈ ਬਾਬਿਆਂ ਦੇ ਨਾਲ ਸੰਬੰਧ ਰੱਖਣ ਵਾਲੇ, ਕੋਈ ਜਿਹੜੇ ਕੋਈ ਸੇਵਕ ਭਾਵਨਾਵਾਂ ਨੂੰ ਵੀ ਰੱਖਦੇ ਨੇ, ਉਹਨਾਂ ਦੇ ਮਨ ਵਿੱਚ ਸਾਰਿਆਂ ਦੇ ਇਹੀ ਤੜਫ ਹੋਣੀ ਚਾਹੀਦੀ ਹੈ ਵੀ ਸਾਡੇ ਜਿਹੜੇ ਮਹਾਂਪੁਰਖਾਂ ਨੇ ਗੁਰੂ ਪੰਥ ਦੀ ਸੇਵਾ ਵਾਸਤੇ ਇਹ ਜਿਹੜੀ ਸੰਪਰਦਾ ਚੱਲ ਰਹੀ ਆ, ਇਹ ਗੁਰੂ ਪੰਥ ਦੀ ਸੇਵਾ ਲਈ ਚੱਲ ਰਹੀ ਆ। ਅਸੀਂ ਇਹਦੀ ਚੜ੍ਹਦੀ ਕਲਾ ਵਾਸਤੇ ਨਾਲ ਸੰਯੋਗ ਦੇਣਾ। ਇਸ ਵਾਸਤੇ ਇਹਦੇ ਵਿੱਚ ਕੋਈ ਭੁਲੇਖੇ ਦੀ ਗੱਲ ਨਹੀਂ, ਕਿਸੇ ਤਰ੍ਹਾਂ ਦਾ ਕੋਈ ਸਾਨੂੰ ਪਕੜ ਨਹੀਂ ਕਿਸੇ ਚੀਜ਼ ਦੀ ਵੀ ਅਸੀਂ ਕਿਸੇ ਚੀਜ਼ ਨੂੰ ਖੋਹ ਲਈਏ ਕਿਸੇ ਕੋਲੋਂ। ਭਰਾਵਾਂ ਦੀਆਂ ਵੰਡਾਂ ਤੁਰੀਆਂ ਆਉਂਦੀਆਂ ਨੇ, ਸੰਸਾਰ ਦਾ ਵਿਹਾਰ ਹੈ।
हर घर में परिवारों में वंडां होंदियां ने, पर वो घर दीयां वंडां ने। जिथे गुरु घर है, गुरु घर की चीज़ कोई नहीं वंडी जा सकती। जिथे गुरु की बख्शिश जो मर्यादा चली आ रही है, जिथे सतगुरां दीयां बख्शिशां महाराज दे जो भेजा महाराज ने इत्थे, महाराज के पावन स्वरूप जो भगत सदना जी के शब्द ताई उतारा होया बाबा बिधि चंद जी के हथी, वो बाणी का स्वरूप, महाराज के चित्र स्वरूप, महाराज के शस्त्र, महाराज के निशान नगारे, महाराज के वरदान, वो बाबे बिधि चंद जी की जी गद्दी निशानी एक थाई तुरी आई आ, ये कोई दो नहीं। जिहड़ी मर्यादा है वो मर्यादा है। जिहड़ी मर्यादा के नाल असी महाराज दे ये गुरु घर की सेवा दे चौकीदार आ, दास सेवादार आ, झाड़ू बरदार आ मैं। और गुरु घर की चीज़ नूं मैनूं किसी नूं दे देण दा कोई अख्तियार नहीं। मेरा पहरा वा भी ये सेवादारी पहरेदारी करनी। इस करके अज बाबा जी दे सालाना बरसी समागम ते आप जिन्नियां संगतां दूरां दरेडियां तो पहुँचे हो, सब संगतां दा रोम रोम करके धन्नवाद है। जिन्ने आए हुए महापुरख रब दे प्यारे साधु जन संप्रदावां दे मुखी साहबान, सब आए हुए महापुरखां संप्रदावां दे महापुरखां दा रोम रोम करके धन्नवाद है। जी आयां नूं, जी आयां नूं। जिन्हां ने अज महापुरखां दे सालाना बरसी समागम ते साडी बेनती नूं प्रवान करके आप जी ने दर्शन दिते आ। सो सारियां संगतां नूं बेनती है कि बाबा जी का इहो वचन हुंदा सी। देखो एक गल आश्चर्य की बात है कि उन्हां दा जीवन किस तरह विचरिया, कदे स्पीकर ते नहीं बोले हो, पर आप विद्या भरपूर सन और उन्हां दा जीवन ही एक ऐसा विचरिया है कि उन्हां दे जीवन तो ही जिहड़ी आ वो सिक्ख्या, उन्हां दे जीवन दा उन्हां दा दर्शन करन दे नाल ही वो मन दा जिहड़ा ख्यालात है ना वो टेढ़ा जांदा सीधा हो जाने वाली गल। इत्थों सिंह अजनाले दा वो सिंह हुण तैयार पर तैयार है। उन्होंने बाबा जी की याद में जो बाबा जी सचखंड नूं गए ने, पता नहीं किन्नियां शहरां च किन्नियां पिंडां च घरां च संगतां ने बाबा जी की याद में अखंड पाठ करवाए, कोई गिनती नहीं रही। वो सिंह आखण लगा भी मैं आया इत्थे, उदों क्लीन शेप सी वो कहता है बाबा जी उत्थे बैठे सी, असीं बाबा जी नूं मिल के चले गए। जो गेट लागे चला गया, एक सिंह नूं बाबा जी ने मगरों भजाया भी जा सिंह नूं सद के लिया। वो कहता मैं फिर आया। बाबा जी कहन लगे चंगा भाई सानू भुली ना। वो कहन लगा मेरा मन ही बदल गया उस वेले भी मैं हुण केस दाड़ा रख लिया, उन्हें अमृत छक लिया, वो निहंग सिंह बाणे च। सो गुरु के प्यारिओ, जिन्हां महापुरखां की याद में जुड़े हैं ना, उन्हां दे मन की तड़फ हुंदी सी। जे किसी का सिर मूँह मन्निया वेंदे सी ना तो उन्होंने रोण आ जाता है। आंदे ही इन्हों ने आने वाले समय में इन्होंने वागडोर सामने आए, किधर नूं तुर पे आए, तैयार पर तैयार होवो, केस दाड़े कोई ना कटावे, गुरु नानक नाम लेवा सिख खवाउण वाला, गुरु की सिक्खी के स्वरूप में तैयार पर तैयार होवो, अमृत छको। आप पंजां प्यारिਆਂ की सेवा में बाबा जी लग जा करते। आ ज्ञानी मोहरा समय तुहाडे सामने खलोते आ, ये कहन लगे बाबा जी तुसीं आप नाल पंजां प्यारिਆਂ 'च लगो तो असीं अमृत छकना। बाबा जी कहन लगे जे साडे लग्गिया तुसीं अमृत छकदे आ तो असीं नाल लगदे आ। बाबा जी नाल पंजां प्यारिਆਂ 'च लगे तो वेख लो तुहाडे सामने तैयार पर तैयार। सो गुरु के प्यारिओ,
ਇਹ ਮਹਾਂਪੁਰਖਾਂ ਦੀ ਯਾਦ, ਉਹਨਾਂ ਦੀ ਜਿਹੜੀ ਯਾਦ ਆ ਨਾ, ਇਹ ਕਦੇ ਨਹੀਂ ਭੁੱਲਣ ਵਾਲੀ। ਮਹਾਰਾਜ ਕਹਿੰਦੇ ਜਨ ਕੈ ਸੰਗ ਚਿਤ ਆਵੈ ਨਾਉ, ਉਹ ਰੱਬ ਦੇ ਪਿਆਰਿਆਂ ਦੀ ਯਾਦ ਵਿੱਚ ਜੁੜਨ ਦੇ ਨਾਲ ਵੀ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ। ਤੇ ਮਹਾਂਪੁਰਖ ਕਦੇ ਮਿਥਿਆ ਨਹੀਂ ਸੀ ਬੋਲਦੇ, ਇਹ ਗੱਲ ਸਮਝੀ ਜਾਇਓ। ਮਿਥਿਆ ਕਹਿੰਦੇ ਝੂਠ ਨੂੰ, ਕਦੇ ਝੂਠ ਨਹੀਂ ਸੀ ਬੋਲਦੇ, ਕਦੀ ਉਹਨਾਂ ਗਾਲ ਨਹੀਂ ਕਿਸੇ ਨੂੰ ਕੱਢ ਕੇ ਵੇਖੀ। ਅੱਧਾ ਨਾਂ ਨਹੀਂ ਸੀ ਕਿਸੇ ਦਾ ਲਿਆ, ਜੇ ਕਿਸੇ ਨੇ ਅੱਧਾ ਨਾਂ ਲੈਣਾ ਨਾ, ਕਹਿਣਾ ਸਿੰਘ ਦਾ ਅੱਧਾ ਨਾਂ ਨਹੀਂ ਲਈਦਾ। ਬੜੇ ਮਰਜ਼ਾਦਾ ਦੇ ਬਚਨ ਬਾਬਾ ਜੀ ਦੱਸਿਆ ਕਰਦੇ ਸਨ। ਸਤਿਗੁਰੂ ਕੇ ਪਿਆਰੇ, ਹੁਣ ਟਾਈਮ ਇੰਨਾ ਗਾ, ਆਪ ਜਿੰਨੇ ਮਾਈ ਭਾਈ ਦੂਰਾਂ ਦਰੇਡਿਆਂ ਤੋਂ ਚੱਲ ਕੇ ਆਏ ਜੇ, ਉਹਨਾਂ ਮਹਾਂਪੁਰਖਾਂ ਦਾ ਇਹ ਪਿਆਰ ਦੀ ਖਿੱਚ ਹੈ। ਸਿੰਘ ਸਾਹਿਬ ਜੀ ਹਜ਼ੂਰ ਸਾਹਿਬ, ਬਾਬਾ ਕੁਲਵੰਤ ਸਿੰਘ ਸਾਹਿਬ ਜੀ ਕਹਿਣ ਲੱਗੇ ਬਾਬਾ ਜੀ ਦਾ ਬਰਸੀ ਸਮਾਗਮ ਜੋੜ ਮੇਲਾ ਬੜਾ ਭਰਦਾ। ਫਿਰ ਕਹਿਣ ਲੱਗੇ ਉਹਨਾਂ ਦੀ ਕਮਾਈ ਆ ਮਹਾਂਪੁਰਖਾਂ ਦੀ, ਉਹਨਾਂ ਦੀ ਵੱਡੀ ਸੇਵਾ, ਉਹਨਾਂ ਦੀ ਨਾਮ ਸਿਮਰਨ ਦੀ ਕਮਾਈ ਹੈ। ਇਸ ਕਰਕੇ ਪਿਆਰਿਓ, ਆਪ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਹੀ ਜੋੜ ਮੇਲੇ 'ਤੇ ਬਾਬਾ ਜੀ ਦੇ ਆਪ ਸੰਗਤਾਂ ਦੇ ਦਰਸ਼ਨ ਹੁੰਦੇ ਰਹਿਣ, ਅਤੇ ਉਹ ਮਹਾਂਪੁਰਖਾਂ ਦੇ ਜਿਹੜੇ ਬੋਲ ਆ ਨਾ, ਉਹ ਸਾਡੇ ਕੰਨਾਂ 'ਚ ਪੈਂਦੇ ਰਹਿਣ ਵੀ ਗੁਰੂ ਦੇ ਨਾਲ ਜੁੜੇ ਰਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਰਹੋ। ਸੋ ਸਤਿਗੁਰੂ ਕਿਰਪਾ ਕਰਨ, ਆਪਾਂ ਨੂੰ ਮਰਜ਼ਾਦਾ ਵਿੱਚ ਤਿਆਰ ਪਰ ਤਿਆਰ ਰਹਿਣ ਦਾ ਸਤਿਗੁਰੂ ਬਲ ਬਖਸ਼ਣ। ਮੈਂ ਫਿਰ ਸਾਰੀਆਂ ਸੰਗਤਾਂ ਦਾ, ਆਏ ਹੋਏ ਮਹਾਂਪੁਰਖਾਂ ਦਾ, ਸਭ ਦਾ ਤਹਿ ਦਿਲੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਸਾਰੀ ਸੰਪਰਦਾ ਦਲ ਪੰਥ ਵੱਲੋਂ, ਕਿ ਆਪ ਜੀ ਸਾਰੀਆਂ ਸੰਗਤਾਂ ਨੇ ਬਾਬਾ ਜੀ ਦੇ ਬਰਸੀ ਸਮਾਗਮ ਵਿੱਚ ਹਾਜ਼ਰੀ ਭਰੀ ਆ, ਦਰਸ਼ਨ ਦਿੱਤੇ ਆ। ਜੇ ਕਿਸੇ ਦੇ ਕੋਈ ਸਨਮਾਨ ਵਿੱਚ, ਮਾਣ ਵਿੱਚ ਕੋਈ ਕਮੀ ਰਹਿ ਗਈ ਹੋਵੇ, ਹੁਣ ਤਾਂ ਆਪ ਕਿਰਪਾ ਕਰਕੇ ਬਖਸ਼ ਦਿਓ, ਅੱਗੇ ਵਾਸਤੇ ਸਮੱਤ ਦੇ ਦਿਓ ਗੁਰੂ ਘਰ ਦੀ ਸੇਵਾ ਦੀ। ਜਿੰਨੀਆਂ ਸੰਗਤਾਂ ਲੰਗਰਾਂ ਦੀਆਂ ਸੇਵਾ ਵਾਲੇ, ਦਿੱਲੀ ਤੋਂ ਆਏ, ਕੋਈ ਆਉਂਦੇ ਸੀ ਲੰਗਰ ਦੀ ਸੇਵਾ, ਜੀ ਆਇਆਂ ਨੂੰ। ਕੋਈ ਬਠਿੰਡੇ ਤੋਂ ਆਏ, ਲੰਗਰ ਦੀ ਸੇਵਾ, ਜੀ ਆਇਆਂ ਨੂੰ। ਕਿੱਥੋਂ ਕਿੱਥੋਂ ਆਈਆਂ ਨੇ ਸੰਗਤਾਂ, ਕੋਈ ਲੰਗਰਾਂ ਦੀਆਂ ਸੇਵਾ, ਕੋਈ ਸੇਵਾਵਾਂ ਕਰ ਰਹੀਆਂ ਨੇ ਸੰਗਤਾਂ। ਬਾਬਾ ਜੀ ਦਾ ਬਚਨ ਹੁੰਦਾ ਸੀ ਜਲ ਪਾਣੀ ਛਕ ਕੇ ਜਾਓ, ਆਈ ਸੰਗਤ ਨੂੰ ਜਲ ਪਾਣੀ ਛਕਾਓ। ਜੇ ਹਸਪਤਾਲ ਉੱਤੇ ਤੇ ਆਖਣ ਲੱਗੇ ਕੋਈ ਥੱਲੇ ਕੋਈ ਸੰਗਤ ਆਈ ਹੋਊਗੀ, ਕੋਈ ਜਲ ਪਾਣੀ ਛਕਾਓ। ਇਸ ਕਰਕੇ ਮਹਾਂਪੁਰਖਾਂ ਦਾ ਇਹ ਬਚਨ ਹੁੰਦਾ ਸੀ। ਅਸੀਂ ਇਹ ਯਤਨ ਕੀਤਾ ਵੀ ਸਭ ਥਾਂ ਲੰਗਰ ਲੱਗ ਜਾਣ, ਜਿੱਧਰ ਦੀ ਵੀ ਕੋਈ ਜਾਂਦਾ ਆਉਂਦਾ ਜੋੜ ਮੇਲੇ ਨੂੰ ਵੀ ਕੋਈ ਜਲ ਪਾਣੀ ਛਕ ਲਵੇ। ਇਹ ਮਹਾਂਪੁਰਖਾਂ ਦਾ ਬਚਨ ਹੁੰਦਾ ਸੀ। ਹੁਣ ਗੱਲਾਂ ਤੇ ਬੜੀਆਂ ਕਰਨ ਵਾਲੀਆਂ ਨੇ, ਮਹਾਂਪੁਰਖਾਂ ਦੇ ਜੀਵਨ ਦੇ ਮੁਤਲਕ ਗੱਲਾਂ ਬੇਅੰਤ ਹਨ ਬਚਨ ਉਹਨਾਂ ਦੇ। ਸਤਿਗੁਰੂ ਕਿਰਪਾ ਕਰਨ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ। ਸਾਰੀਆਂ ਸੰਗਤਾਂ ਲੰਗਰ ਪਾਣੀ, ਜਲ ਪਾਣੀ ਵਰਤ ਰਹੇ ਨੇ, ਪ੍ਰੇਮ ਨਾਲ ਛਕੋ। ਜਿੰਨੀਆਂ ਲੰਗਰਾਂ ਦੀਆਂ ਸੇਵਾਵਾਂ, ਜਿੱਥੇ ਜਿੱਥੇ ਸੇਵਾ ਕਰ ਰਹੀਆਂ ਨੇ ਸੰਗਤਾਂ, ਸਾਰਿਆਂ ਦਾ ਹੀ ਧੰਨਵਾਦ। ਇਸੇ ਤਰ੍ਹਾਂ ਹੀ ਜੁੜ ਮਿਲ ਕੇ ਸਾਰੇ ਸੇਵਾਵਾਂ ਦੇ ਵਿੱਚ ਜੋੜ ਮੇਲੇ 'ਤੇ ਹਾਜ਼ਰੀ ਭਰ ਕੇ ਮਹਾਂਪੁਰਖਾਂ ਦੇ ਜੀਵਨ ਤੋਂ ਉਹ ਸਾਨੂੰ ਜੋ ਗੁਰੂ ਦੇ ਨਾਲ ਜੁੜਨ ਦੀ ਸਿੱਖਿਆ ਮਿਲਦੀ ਹੈ, ਗੁਰਮਤਿ ਨਾਲ ਜੁੜੇ ਰਹੀਏ। ਸਤਿਗੁਰੂ ਕਿਰਪਾ ਕਰਨ, ਖੁਸ਼ੀਆਂ ਬਖਸ਼ਣ। ਅਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰਾਂ ਦੀ ਬਖਸ਼ਿਸ਼ ਨੂੰ ਲੈ ਕੇ ਵਿਚਰ ਕੇ ਗੁਰੂ ਕੀ ਸਿੱਖੀ ਦਾ ਪ੍ਰਚਾਰ, ਗੁਰੂ ਕੀ ਸਿੱਖੀ ਦਾ ਸੰਦੇਸ਼ਾ ਦਿੰਦੇ ਰਹਿਣ। ਆਪ ਅਸੀਸ ਬਖਸ਼ੋ, ਚੜ੍ਹਦੀ ਕਲਾ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਣ। ਸਾਰੀਆਂ ਸੰਗਤਾਂ ਪਿਆਰ ਸਹਿਤ, ਆ ਦਿੱਲੀ ਤੋਂ ਭਾਈ ਅਮਨ ਲਾਲ ਸਿੰਘ ਜੀ ਆਏ ਨੇ, ਇਹਨਾਂ ਦੇ ਸਮਾਗਮ ਉੱਥੇ ਚੱਲ ਰਿਹਾ। ਉਹ ਦਿਨ ਹੈਦਰਾਬਾਦ ਵਿੱਚ ਇਕੱਠੇ ਹੋਏ ਅਤੇ ਬੇਨਤੀ ਕੀਤੀ ਵੀ ਬਾਬਾ ਜੀ ਦਾ ਜੋੜ ਮੇਲਾ ਸਮਾਗਮ। ਆਖਣ ਲੱਗੇ ਵੀ ਮੈਂ ਆਉਣ 'ਤੇ ਬੜੀ ਵਾਰਾਂ ਕਰਦਾ ਰਿਹਾ, ਪਰ ਮੇਰੇ ਕੋਲ ਆਇਆ ਨਹੀਂ ਗਿਆ। ਸਮਾਗਮ ਚੱਲਦਾ ਵਾ, ਆਵਾਂਗੇ ਜ਼ਰੂਰ। ਬਾਈ ਰੋਡ ਆਏ ਆ ਦਿੱਲੀ ਤੋਂ ਚੱਲ ਕੇ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਅਤੇ ਸਾਧ ਸੰਗਤ ਜੀ, ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮਹਾਂਪੁਰਖ ਬੈਠੇ ਆ। ਬੜਾ ਪਿਆਰ ਆਪਸ ਵਿੱਚ ਮਹਾਂਪੁਰਖਾਂ ਦਾ ਰਿਹਾ, ਇੱਕ ਦੂਜੇ ਦੀ ਕੰਡਾ ਚੁਭੇ ਦੀ ਦਰਦ ਮਨਾਉਂਦੇ ਸੀ। ਪੰਥ ਵਿੱਚ ਉਦੋਂ ਮਹਾਂਪੁਰਖਾਂ ਦਾ ਆਪਸ ਵਿੱਚ ਇੰਨਾ ਮੇਲ ਜੋਲ ਪਿਆਰ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ, ਅਸੀਂ ਸੰਤ ਕਰਤਾਰ ਸਿੰਘ ਹੋਣਾ ਦੇ ਦਰਸ਼ਨ ਕੀਤੇ ਆ ਖੁੱਲ੍ਹੇ। ਕਿੰਨਾ ਪਿਆਰ ਸੀ। ਇੱਕ ਹੁੰਦਾ ਸੁਣਿਆ, ਆਹ ਜੋੜ ਮੇਲੇ ਚੱਲਦੇ ਆ ਨਾ,
ਜਿੰਨੇ ਦਿਨ ਜੋੜ ਮੇਲਾ ਇੱਥੇ ਰਹਿੰਦੇ ਸੀ ਸੰਤ, ਕਥਾ ਕਰਨੀ ਦੋਵੇਂ ਵੇਲੇ। ਕਿੱਡਾ ਪਿਆਰ ਸੀ ਸੰਤਾਂ ਦਾ। ਅੱਗੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਕਿੰਨਾ ਪਿਆਰ ਰਿਹਾ। ਇਸੇ ਤਰ੍ਹਾਂ ਹੀ ਮਹਾਂਪੁਰਖਾਂ ਦਾ ਆਪਸੀ ਪਿਆਰ ਸੀ ਉਸ ਸਮੇਂ। ਜਿੰਨੇ ਮਹਾਂਪੁਰਖ ਕੋਈ ਗੁਰਮਤਾ ਕੋਈ ਵਿਚਾਰ ਲੈਣ, ਬਾਬਾ ਠਾਕਰ ਸਿੰਘ ਜੀ। ਸੋ ਸਾਧ ਸੰਗਤ ਜੀ, ਇਹ ਸੰਪਰਦਾਵਾਂ ਸਦਾ ਰਹਿਣ ਵਾਲੀਆਂ ਹੁੰਦੀਆਂ, ਸਰੀਰ ਸਦਾ ਨਹੀਂ ਰਹਿੰਦੇ, ਪਰ ਸੰਪਰਦਾਵਾਂ ਦਾ ਪਿਆਰ ਆਪਸ ਵਿੱਚ ਬਣਿਆ ਰਵੇ ਤੇ ਇਹਦੇ ਵਿੱਚ ਖੁਸ਼ੀ ਹੁੰਦੀ ਹੈ ਮਨ ਨੂੰ। ਗੁਰੂ ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਤੇ ਗੁਰਮਤੇ ਬਹਿ ਕੇ ਵਿਚਾਰੋਗੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰੋਗੇ। ਸੋ ਸਤਿਗੁਰੂ ਕਿਰਪਾ ਕਰਨ, ਮਿਹਰਾਂ ਕਰਨ ਮਹਾਰਾਜ। ਜਿੰਨੇ ਦਲਾਂ ਪੰਥਾਂ ਦੇ ਆਏ ਹੋਏ ਸਿੰਘ ਸਾਹਿਬਾਨ ਔਰ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ, ਉਹ ਵੀ ਆ ਰਹੇ ਸੀ। ਉਹਨਾਂ ਦੀ ਗੱਡੀ ਦਾ ਕਿਤੇ ਰਾਹ 'ਚ ਕੋਈ ਚੱਕਾ ਚੁੱਕਾ ਖਰਾਬ ਹੋ ਗਿਆ, ਉਹਨਾਂ ਦਾ ਫੋਨ ਆ ਗਿਆ, ਫਿਰ ਉਹਨਾਂ ਨੇ ਸਿੰਘ ਭੇਜੇ। ਬਹੁਤ ਵੱਡੀਆਂ ਇਹ ਜਿਹੜੀਆਂ ਬੀਤ ਚੁੱਕੇ ਸਮੇਂ ਦੀਆਂ ਘਟਨਾਵਾਂ ਨੇ ਨਾ, ਇੱਕ ਇਤਿਹਾਸ ਲਿਖਿਆ ਪਿਆ। ਇਤਿਹਾਸ ਜਥੇਬੰਦੀਆਂ ਦੇ ਆਪਸ ਵਿੱਚ ਕਿਆ ਪਿਆਰ ਸੀ ਉਹ ਮਹਾਂਪੁਰਖਾਂ ਦਾ। ਜਦੋਂ ਲਾਹੌਰ ਬੁੱਢਾ ਦਲ ਅੰਗਰੇਜ਼ ਸਰਕਾਰ ਨੇ ਜਦੋਂ ਉੱਥੇ ਸਾਰੇ ਬੰਦ ਕਰ ਲਿਆ ਤੇ ਬਾਬਾ ਜੀ ਨੇ ਮਗਰ ਤਰੀਕਾਂ ਭੁਗਤਣੀਆਂ। ਸਾਰਾ ਰਾਜ ਸਾਜ ਬੁੱਢੇ ਦਲ ਦਾ ਅਕਾਲੀ ਫੂਲਾ ਸਿੰਘ ਜੀ ਦੇ ਵਿਰੁੱਧ, ਜੋ ਘੋੜੇ ਜੋ ਨਾਲ ਸਾਰੇ ਰਾਜ ਸਾਜ ਨੂੰ ਸਾਹਮਣਾ ਤੇ ਸਿੰਘਾਂ ਦੀਆਂ ਤਰੀਕਾਂ ਭੁਗਤਣੀਆਂ ਮਗਰ ਲਾਹੌਰ। ਜਿੰਨਾ ਚਿਰ ਰਿਹਾ ਨਹੀਂ ਕਰਾ ਲਿਆ ਬੁੱਢੇ ਦਲ ਨੂੰ, ਉਹਨਾਂ ਚਿਰ ਬਾਬਾ ਜੀ ਸੁਰ ਸਿੰਘ ਨਹੀਂ ਆਏ। ਬਾਬਾ ਸੋਹਣ ਸਿੰਘ ਜੀ ਸਾਡੇ ਦਾਦੀ ਜੀ ਢਿੱਲੇ ਹੋ ਗਏ, ਸੁਣਾ ਗਿਆ, ਕਹਿਣ ਲੱਗੇ ਇਲਾਜ ਕਰਾਓ। ਕਹਿਣ ਲੱਗੇ ਜੀ ਜ਼ਿਆਦਾ ਢਿੱਲੇ ਹੋ ਗਏ। ਕਹਿਣ ਲੱਗੇ ਅਸੀਂ ਬਚਨ ਕਰ ਲਿਆ, ਜਿੰਨਾ ਚਿਰ ਅਸੀਂ ਸਿੰਘਾਂ ਨੂੰ ਰਿਹਾ ਨਹੀਂ ਕਰਾ ਲੈਂਦੇ ਉਹਨਾਂ ਚਿਰ ਅਸੀਂ ਨਹੀਂ ਆਉਣਾ। ਉਧਰੋਂ ਸਾਡੇ ਦਾਦੀ ਜੀ ਚੜ੍ਹਾਈ ਕਰ ਗਏ, ਉਧਰੋਂ ਬੁੱਢਾ ਦਲ ਰਿਹਾ ਹੋ ਗਿਆ। ਸਾਰੇ ਸਿੰਘਾਂ ਨੂੰ ਰਿਹਾ ਕਰਵਾ ਕੇ ਫਿਰ ਬਾਬਾ ਜੀ ਆਏ ਸੰਸਕਾਰ ਹੁੰਦਿਆਂ ਤੇ। ਇਹ ਹੁਣ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ, ਇਹ ਗੱਲਾਂ ਕਰਨ ਦੇ ਨਾਲ ਗੱਲ ਨਹੀਂ, ਮਹਾਂਪੁਰਖਾਂ ਨੇ ਪ੍ਰੈਕਟੀਕਲ ਕਰਕੇ ਆਪ ਇੱਕ ਸੂਈ ਦੇ ਨੱਕੇ ਜਿੰਨਾ ਤਵਾਂ ਨਹੀਂ ਕੀਤਾ ਕਿਸੇ ਚੀਜ਼ ਦਾ। ਉਦੋਂ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਜਥੇਦਾਰ ਸਨ ਬੁੱਢੇ ਦਲ ਦੇ, ਉਹ ਕਹਿਣ ਲੱਗੇ ਅਸੀਂ ਤੁਹਾਨੂੰ ਬੁੱਢੇ ਦਲ ਦੀ ਜਥੇਦਾਰੀ ਦੇਣੀ ਆ। ਬਾਬਾ ਸੋਹਣ ਸਿੰਘ ਜੀ ਕਹਿਣ ਲੱਗੇ ਅੱਗੇ ਅਸੀਂ ਅੱਗੇ ਹੀ ਬਾਬੇ ਬੀਧੀ ਚੰਦ ਜੀ ਦੇ ਗੱਦੀ ਨਸ਼ੀਨ ਆ, ਅਸੀਂ ਅੱਗੇ ਜਥੇਦਾਰ ਆ, ਇਹ ਸੇਵਾ ਤੁਸੀਂ ਹੋਰ ਕਿਸੇ ਨੂੰ ਦਿਓ। ਬਾਬੇ ਬਕਾਲੇ ਸਾਹਿਬ ਵਾਲੇ ਬਾਬਾ ਜੀ ਬਾਬਾ ਗੁਰਮੁਖ ਸਿੰਘ ਸਾਹਿਬ ਜੀ ਤੋਂ ਲੈ ਕੇ ਇੰਨਾ ਪ੍ਰੇਮ ਰਿਹਾ, ਪਰ ਬਾਬਾ ਜੀ ਨੇ ਉਹ ਸੇਵਾ ਭਾਵਨਾ ਨੂੰ ਰੱਖ ਕੇ ਪੰਥ ਦੀ ਸੇਵਾ ਲਈ। ਸੋ ਸਾਧ ਸੰਗਤ ਜੀ, ਆਪ ਹੱਥੀਂ ਸੇਵਾ ਕਰਦੇ ਰਹੇ। ਹੁਣ ਗੱਲਾਂ ਵਧਦੀਆਂ ਨੇ। ਟਾਈਮ ਤੁਸੀਂ ਸੰਗਤਾਂ ਠੰਡ ਦੀ ਰੁੱਤ ਆ, ਜਿੰਨਿਆਂ ਦੀ ਹਾਜ਼ਰੀ ਲੱਗਦੀ ਆ ਤੇ ਆਏ ਨੇ ਉਹਨਾਂ ਦੀ ਹਾਜ਼ਰੀ ਲਵਾਓ। ਤੇ ਹੁਣ ਟਾਈਮ ਘੜੀ ਦਾ ਵੇਖ ਲਓ, ਘੜੀ ਤੇ ਭੱਜੀ ਜਾਂਦੀ ਆ। ਅਗਾਂਹ ਵਾਸਤੇ ਆਪਾਂ ਥੋੜ੍ਹਾ ਜਿਹਾ ਟਾਈਮ ਸਿਰ ਉਦਮ ਕਰਿਆ ਕਰੀਏ, ਟਾਈਮ ਨਾਲ ਭੋਗ ਪਾ ਲਿਆ ਕਰੀਏ, ਟਾਈਮ ਨਾਲ ਦੀਵਾਨ 'ਚ ਆ ਜਾ ਕਰੀਏ, ਤੇ ਹੋਰ ਆਇਆਂ ਜਥਿਆਂ ਦੀ ਹਾਜ਼ਰੀ ਵੀ ਲੱਗ ਜਾਂਦੀ ਆ। ਸੋ ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਪਿਆਰ ਸਹਿਤ ਸਾਰੀਆਂ ਸੰਗਤਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।